ਨਵੇਂ ਸਾਲ ਦੀ ਸ਼ੁਰੂਆਤ 'ਚ ਹੀ ਆਮ ਆਦਮੀ ਪਾਰਟੀ ਸਰਕਾਰ ਨੂੰ ਨਵੀਆਂ ਤੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਪਸ਼ਨ ਦੇ ਮੁੱਦੇ ਦੇ ਉੱਤੇ ਸਰਕਾਰ ਤੇ ਬਿਊਰੋਕ੍ਰੇਸੀ, ਚਾਹੇ ਉਹ ਪੀਸੀਐਸ ਧਿਰ ਹੋਵੇ ਜਾਂ ਆਈਏਐਸ ਧਿਰ ਹੋਵੇ, ਲੌਬੀ ਹੋਵੇ, ਉਹ ਆਮੋ ਸਾਹਮਣੇ ਨੇ। ਹਾਲ ਹੀ ਵਿੱਚ ਦੋ ਪਰਚੇ ਦਿੱਤੇ ਜਾਂਦੇ ਆ ਵਿਜੀਲੈਂਸ ਵੱਲੋਂ। ਇੱਕ ਪਰਚੇ ਦੇ ਅੰਦਰ ਇੱਕ ਆਈਏਐਸ ਆਫੀਸਰ ਨੂੰ ਨਾਮਜ਼ਦ ਕੀਤਾ ਜਾਂਦਾ ਤੇ ਦੂਜੇ 'ਚ ਇੱਕ ਪੀਸੀਐਸ ਅਫਸਰ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਪੀਸੀਐਸ ਅਫਸਰ ਐਲਾਨ ਕਰ ਦਿੰਦੇ ਨੇ ਵੀ ਉਹ ਮਾਸ ਲੀਵ ਤੇ ਜਾ ਰਹੇ ਨੇ। ਤੇ ਦੂਜੇ ਪਾਸੇ ਆਈਏਐਸ ਲੌਬੀ ਵੀ ਬਹੁਤੀ ਖੁਸ਼ ਨਹੀਂ ਹੈ ਵਿਜੀਲੈਂਸ ਦੀ ਇਸ ਕਾਰਵਾਈ ਤੋਂ, ਜਾਂ ਕਹਿ ਲਓ ਸਰਕਾਰ ਦੀ ਇਸ ਕਾਰਵਾਈ ਤੋਂ। ਅੱਜ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਅੰਦਰ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਸਾਲ ਦੀ ਸ਼ੁਰੂਆਤ ਹੋਈ ਹੈ, ਸਰਕਾਰ ਨੇ ਇੱਕ ਪਾਸੇ ਐਂਟੀ ਕਰਪਸ਼ਨ ਕਿਹਾ ਜਾ ਰਿਹਾ, ਕਰਪਸ਼ਨ ਦਾ ਖਾਤਮਾ ਵੀ ਕਰਨਾ ਹੈਗਾ, ਉਹਦੇ ਉੱਤੇ ਮੁਹਿੰਮ ਚਲਾਈ ਹੋਈ ਹੈ। ਪਰ ਹੁਣ ਬਿਊਰੋਕ੍ਰੇਸੀ ਤੇ ਸਰਕਾਰ ਆਮੋ ਸਾਹਮਣੇ ਨੇ। ਬਿਊਰੋਕ੍ਰੇਸੀ ਨਿਰਾਸ਼ ਹੈ ਸਰਕਾਰ ਤੋਂ, ਜਿਸ ਤਰ੍ਹਾਂ ਦੇ ਉਹਨਾਂ ਨੇ ਦੋ ਪਰਚੇ ਦਰਜ ਕੀਤੇ ਨੇ ਵਿਜੀਲੈਂਸ ਦੇ ਅੰਦਰ ਤੇ ਗ੍ਰਿਫਤਾਰੀਆਂ ਜਾਂ ਨਾਮਜ਼ਦਗੀ ਹੋਈ ਹੈ ਪਰਚਿਆਂ ਦੇ ਅੰਦਰ। ਬਿਲਕੁਲ ਸ਼ੁਭਕਰਮਨ, ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਜਿਹੜੇ ਅਫਸਰਸ਼ਾਹੀ ਹੈ ਉਹ ਹੁਣ ਇਕੱਠੀ ਹੋ ਗਈ ਹੈ। ਮਤਲਬ ਲਾਮਬੰਦੀ ਜੀ ਇਹਨਾਂ ਨੇ ਕਰ ਲਈ ਹੈ। ਤੇ ਹਾਲਾਂਕਿ ਇਹਨਾਂ ਦੇ ਜਿਹੜੇ ਇਤਰਾਜ਼ ਨੇ, ਜਿਹੜਾ ਫੌਰੀ ਜਿਹੜਾ ਕਾਰਨ ਮਾਸ ਕੈਜੂਅਲ ਲੀਵ ਉਤੇ ਪੰਜਾਬ ਦੇ ਜਿਹੜੇ ਪੀਸੀਐਸ ਐਗਜ਼ੀਕਟਿਵ ਬ੍ਰਾਂਚ ਦੇ ਅਫਸਰਾਂ ਦਾ ਜਾਣਾ ਹੈ, ਉਸ ਦਾ ਕਾਰਨ ਤਾਂ ਇੱਕ ਆਰਟੀਏ ਦੀ ਗ੍ਰਿਫਤਾਰੀ ਹੈ ਜੋ ਕਿ ਲੁਧਿਆਣਾ ਦੇ ਵਿੱਚ ਹੁੰਦੀ ਹੈ। ਹਾਲਾਂਕਿ ਪਬਲਿਕ ਡੋਮੇਨ ਦੇ ਵਿੱਚ ਕੇਸ ਸੀ, ਉੱਥੋਂ ਦੇ ਜਿਹੜੇ ਵਿਧਾਇਕ ਜਾਂ ਉੱਥੋਂ ਦੇ ਜਿਹੜੇ ਪਬਲਿਕ ਰਿਪਰੈਜ਼ੈਂਟੇਟਿਵ ਸੀ, ਉਹਨਾਂ ਦੀ ਵੀ ਜਾਣਕਾਰੀ ਦੇ ਵਿੱਚ ਇਹ ਕੇਸ ਰਿਹਾ ਤੇ ਆਰਟੀਏ ਦੀ ਸ਼ਿਕਾਇਤਾਂ ਤੋਂ ਬਾਅਦ ਇਹ ਕਾਰਵਾਈ ਦੱਸੀ ਗਈ ਹੈ, ਜਿਸ ਤਹਿਤ ਕੀ ਗ੍ਰਿਫਤਾਰੀ ਹੋਈ ਹੈ। ਲੇਕਿਨ ਐਡਾ ਵੱਡੇ ਲੈਵਲ ਦੇ ਉੱਤੇ ਲਾਮਬੰਦੀ ਹੋ ਜਾਏਗੀ, ਪੀਸੀਐਸ ਲੌਬੀ ਐਡੀ ਮਜ਼ਬੂਤੀ ਦੇ ਨਾਲ ਖੜੀ ਹੋ ਜਾਏਗੀ, ਮੁੱਖ ਮੰਤਰੀ ਦੇ ਸਾਹਮਣੇ ਐਡਾ ਫਸਵਾਂ ਸਟੈਂਡ ਲੈ ਲਿਆ ਜਾਏਗਾ, ਇਸ ਚੀਜ਼ ਦੀ ਆਸ ਕਿਸੇ ਨੂੰ ਨਹੀਂ ਸੀ। ਮੈਨੂੰ ਲੱਗਦਾ ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਘੱਟ ਅਜਿਹੇ ਮੌਕੇ ਆਏ ਨੇ ਪਿਛਲੇ ਕਈ ਸਾਲਾਂ ਦੇ ਵਿੱਚ। ਮੈਨੂੰ ਯਾਦ ਨਹੀਂ ਆ ਰਿਹਾ ਜਦੋਂ ਇਸ ਤਰੀਕੇ ਦੀ ਕਾਰਵਾਈ ਉੱਤੇ ਇਸ ਤੋਂ ਪਹਿਲਾਂ ਅਸੀਂ ਕਈ ਵਾਰ ਨਾ ਪਟਵਾਰੀਆਂ ਦੀ ਯੂਨੀਅਨਸ ਨੇ, ਕਾਫੀ ਰੈਵਨਿਊ ਜਿਹੜੇ ਕਰਮਚਾਰੀ ਹੈਗੇ ਨੇ ਉਹਨਾਂ ਦੀ ਯੂਨੀਅਨਸ ਬੜੀ ਸਟਰੋਂਗ ਹੈ। ਪਟਵਾਰੀ ਯੂਨੀਅਨ ਪੰਜਾਬ ਦੀ ਸਭ ਤੋਂ ਸਟਰੋਂਗ ਮੰਨੀ ਜਾਂਦੀ ਹੈ। ਵਿਜੀਲੈਂਸ ਬਿਊਰੋ ਦੀ ਕਾਰਵਾਈ ਨੂੰ ਲੈ ਕੇ ਅਕਸਰ ਪਟਵਾਰੀ ਯੂਨੀਅਨ ਦਾ ਝਗੜਾ ਰਿਹਾ ਹੈਗਾ। ਕੁਝ ਰੈਵਨਿਊ ਜਿਹੜੇ ਆਫਿਸਰ ਸੀ ਉਹਨਾਂ ਵੱਲੋਂ ਵੀ ਬੀਤੇ ਕੁਝ ਹਫ਼ਤਿਆਂ ਪਹਿਲਾਂ ਜਾਂ ਮਹੀਨਿਆਂ ਪਹਿਲਾਂ ਇੱਕ ਲੰਬੀ ਚੌੜੀ ਮੁਹਿੰਮ ਤੋਰੀ ਗਈ ਸੀ। ਲੇਕਿਨ ਪੀਸੀਐਸ ਅਫਸਰਾਂ ਦਾ ਇਸ ਤਰੀਕੇ ਦੇ ਨਾਲ ਸਾਹਮਣੇ ਆਉਣਾ ਸਰਕਾਰ ਦੇ ਨਾਲ, ਤੇ ਹੁਣ ਜਿਵੇਂ ਬੈਠਕ ਵੀ ਹੋਈ ਹੈ, ਬੇਸਿੱਟਾ ਨਿਕਲੀ ਹੈ, ਉਹਨਾਂ ਨੇ ਆਪਣੀਆਂ ਮੰਗਾਂ ਰੱਖਤੀਆਂ ਨੇ। ਪਹਿਲਾਂ ਤਾਂ ਇਹ ਕਿਹਾ ਵੀ ਹੈ ਜਿਹੜਾ ਨਰਿੰਦਰ ਸਿੰਘ ਧਾਲੀਵਾਲ ਨਾਂ ਦਾ ਅਫਸਰ ਹੈ ਆਰਟੀਏ, ਇਸ ਨੂੰ ਫਟਾਫਟ ਛੋੜਿਆ ਜਾਵੇ, ਇਸ ਦੇ ਖਿਲਾਫ ਪਰਚਾ ਰੱਦ ਕੀਤਾ ਜਾਵੇ। ਜਿਹੜੇ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੇ ਖਿਲਾਫ ਇਸ ਦੇ ਕਾਰਵਾਈ ਕੀਤੀ ਹੈ, ਯਾਨੀ ਕਿ ਇਸ ਨੂੰ ਫੜਿਆ, ਉਹਨਾਂ ਨੂੰ ਉਲਟਾ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਤੇ ਜਿਹੜੇ ਸਟੈਂਡਰਡ ਐਸਓਪੀਜ਼ ਤੈਅ ਕੀਤੇ ਜਾਣ। ਇਹ ਆਈ ਥਿੰਕ 4 ਮੰਗਾਂ ਹੈਗੀਆਂ ਨੇ, 3 ਜਾਂ 4 ਮੰਗਾਂ ਜਿਹੜੀਆਂ ਕਿ ਮੁੱਖ ਮੰਤਰੀ ਦੇ ਸਾਹਮਣੇ ਰੱਖੀਆਂ ਗਈਆਂ ਨੇ, ਜਿਸ ਉੱਤੇ ਕਿ ਹੁਣ ਮੁੱਖ ਮੰਤਰੀ ਨੇ ਫੈਸਲਾ ਲੈਣਾ ਹੈ। ਲੇਕਿਨ ਮੁੱਖ ਮੰਤਰੀ ਕਾਫੀ ਦਬਾਅ ਹੇਠ ਹੋਣਗੇ ਤੇ ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਖਿਲਾਫ ਇਸ ਤਰੀਕੇ ਦਾ ਜਿਹੜਾ ਐਕਸ਼ਨ ਜਾਂ ਉਸਦਾ ਰਿਐਕਸ਼ਨ ਕਹਿ ਲਈਏ ਹੋਏਗਾ, ਇਹ ਹੈਰਾਨੀ ਦੀ ਗੱਲ ਹੈ ਤੇ ਮੰਦਭਾਗਾ ਵੀ ਹੈ। ਕਿਉਂਕਿ ਅਫਸਰ ਜੇ ਇਸ ਤਰੀਕੇ ਦੇ ਨਾਲ ਇਕੱਠੇ ਹੋ ਰਹੇ ਨੇ, ਲਾਮਬੰਦੀ ਕਰ ਰਹੇ ਨੇ, ਇਹ ਕੋਈ ਚੰਗਾ ਸੰਕੇਤ ਨਹੀਂ ਹੈ। ਠੀਕ ਹੈ, ਜੇ ਕਿਸੇ ਅਫਸਰ ਦੇ ਨਾਲ ਵਧੀਕੀਆ ਧੱਕਾ ਹੋ ਰਿਹਾ, ਉਸਦਾ ਜਿਹੜਾ ਹੱਲ ਹੈ ਅਦਾਲਤਾਂ ਦੇ ਵਿੱਚ ਜਾਂ ਅਦਾਲਤ ਵੱਲੋਂ ਕੇਸ ਟੂ ਕੇਸ ਬੇਸਿਸ ਉੱਤੇ ਤੈਅ ਹੋਏਗਾ। ਲੇਕਿਨ ਸਾਰੀ ਅਫਸਰਸ਼ਾਹੀ ਦੀ ਲੌਬੀ ਇਕੱਠੀ ਹੋ ਜਾਏ ਤੇ ਇਹ ਕਹੇ ਕਿ ਜੀ ਇਸ ਤਾਂ ਛੁੱਟੀ ਤੇ ਚੱਲੇ, ਤੁਸੀਂ ਛੱਡੋ ਸਾਡਾ ਜਿਹੜਾ ਅਫਸਰ ਫੜਿਆ ਹੈ, ਨਹੀਂ ਤਾਂ ਅਸੀਂ ਤਾਂ ਤੁਹਾਡਾ ਕੰਮਕਾਜ ਬੰਦ ਕਰ ਦਿਆਂਗੇ। ਇਹ ਤਾਂ ਇੱਕ ਤਰੀਕੇ ਦੀ ਮੈਂ ਇਸਨੂੰ ਬਲੈਕਮੇਲਿੰਗ ਹੀ ਸਮਝਾਂਗਾ ਜੋ ਕਿ ਅਫਸਰਸ਼ਾਹੀ ਵੱਲੋਂ ਇਹ ਕੀਤੀ ਜਾ ਰਹੀ ਹੈ। ਜੀ ਰਿਤੇਸ਼ ਜੀ, ਆਮ ਤੌਰ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ, ਵਿਜੀਲੈਂਸ ਵੱਲੋਂ ਛੋਟੇ ਲੈਵਲ ਦੇ ਕਹਿ ਲਓ ਵੀ ਪੁਲਿਸ ਮੁਲਾਜ਼ਮਾਂ ਨੂੰ ਫੜਿਆ ਜਾਂਦਾ ਸੀ, ਏਐਸਆਈ, ਸਬ ਇੰਸਪੈਕਟਰ ਰੈਂਕ, ਐਸਐਚਓ ਰੈਂਕ, ਪਟਵਾਰੀ ਰੈਂਕ, ਜੇਕਰ ਪਟਵਾਰੀ ਫੜੇ ਜਾਂਦੇ ਨੇਗੇ ਜਾਂ ਨਾਇਬ ਤਹਿਸੀਲਦਾਰ ਫੜੇ ਜਾਂਦੇ ਸੀਗੇ। ਇਹ ਬਹੁਤ ਹੁਣ ਹਾਲ ਹੀ ਵਿੱਚ ਹੀ ਘਟਨਾ ਦੇਖਣ ਨੂੰ ਮਿਲੀ ਵਿੱਚ ਆਈਏਐਸ ਅਫਸਰ ਜਾਂ ਕਹਿ ਲਓ ਵੀ ਇੱਕ ਪੀਸੀਐਸ ਅਫਸਰ ਤੱਕ ਦੇ ਉੱਤੇ ਕਾਰਵਾਈ ਹੋਈ ਹੈਗੀ ਹੈ ਵਿਜੀਲੈਂਸ ਵੱਲੋਂ। ਤਾਂ ਉਹਨਾਂ ਵੇਲੇ ਵੀ ਨੈਗਲੀਜੈਂਸ ਹੋ ਸਕਦੀ ਹੋਊਗੀ ਜਦੋਂ ਛੋਟੇ ਅਫਸਰਾਂ ਤੇ ਕਾਰਵਾਈ ਕੀਤੀ, ਤਾਂ ਕਦੇ ਪੀਸੀਐਸ ਜਾਂ ਆਈਏਐਸ ਅਫਸਰਾਂ ਵੱਲੋਂ ਇਹ ਗੱਲ ਨਹੀਂ ਕਹੀ ਗਈ ਵੀ ਧੱਕਾ ਹੋ ਰਿਹਾ ਹੈ ਇਸ ਮਹਿਕਮਿਆਂ ਦੇ ਨਾਲ ਜਾਂ ਇਹ ਅਫਸਰਾਂ ਦੇ ਨਾਲ। ਤੇ ਜਦੋਂ ਇਹਨਾਂ ਤੇ ਕਾਰਵਾਈ ਹੁੰਦੀ ਹੈ ਤਾਂ ਇੱਕਦਮ ਹੀ ਸਾਰੇ ਇਕਜੁੱਟ ਹੋ ਜਾਂਦੇ ਆ। ਤੇ ਇਹ ਗੱਲ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਪੰਜਾਬ ਦੀ ਬਿਊਰੋਕ੍ਰੇਸੀ ਬਹੁਤ ਜ਼ਿਆਦਾ ਕਰਪਸ਼ਨ ਹੈਗੀ ਹੈ, ਬਹੁਤ ਵੱਡੇ ਪੱਧਰ ਤੇ ਕਰਪਸ਼ਨ ਹੈਗੀ ਹੈ। ਤਾਂ ਇਹ ਗੱਲ ਕਹਿਣੀ, ਜਦੋਂ ਇੱਕ ਅਫਸਰ ਤੇ ਕਾਰਵਾਈ ਹੁੰਦੀ ਹੈ, ਸਾਰੇ ਇਕੱਠੇ ਹੋ ਜਾਂਦੇ ਆ ਵੀ ਸਾਡੇ ਉੱਤੇ ਸਾਨੂੰ ਕਲੀਨ ਚਿੱਟ ਦਿਓ, ਜਾਂ ਕਹਿ ਲਓ ਵੀ ਸਾਡੇ ਉੱਤੇ ਇੱਕ ਬਲੈਂਕਿਟ ਉਹ ਲਾਓ ਵੀ ਸਾਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ। ਤਾਂ ਇਸ ਚੀਜ਼ ਨਾਲ ਕਿਵੇਂ ਨਜਿੱਠਿਆ ਜਾਊਗਾ ਸਰਕਾਰ ਵੱਲੋਂ? ਮੈਨੂੰ ਲੱਗ ਰਿਹਾ ਵੀ ਜਿਹੜਾ ਆਰਟੀਏ ਵਾਲਾ ਕੇਸ ਹੈ, ਕਿਉਂਕਿ ਜਿਹੜਾ ਪਹਿਲਾਂ 2 ਅਲੱਗ-ਅਲੱਗ ਕੇਸਿਸ ਹੈਗੇ ਨੇ, ਇੱਕ ਤਾਂ ਜਿਹੜਾ ਆਈਐਸ ਨੂੰ ਆਪਾਂ ਬਾਅਦ ਚ ਗੱਲ ਕਰਾਂਗੇ, ਲੇਕਿਨ ਪੀਸੀਐਸ ਅਫਸਰਾਂ ਦਾ ਜਿਹੜਾ ਗੁੱਸਾ ਇਸ ਵਕਤ ਨਜ਼ਰ ਆ ਰਿਹਾ ਉਹ ਆਰਟੀਏ ਦੇ ਕੇਸ ਨੂੰ ਲੈ ਕੇ ਹੈ। 2 ਕੇਸਿਸ ਨੇ ਇਹਦੇ ਵਿੱਚ, ਇੱਕ ਨਰਿੰਦਰ ਸਿੰਘ ਧਾਲੀਵਾਲ ਜੋ ਕਿ ਆਰਟੀਏ ਗ੍ਰਿਫਤਾਰ ਹੋਏ ਨੇ,
ਇੱਕ ਹੋਰ ਤਰਸੇਮ ਚੰਦ ਨਾਂ ਦਾ ਹੋਰ ਅਫਸਰ ਹਾਂਜੀ ਹੈ, ਅਧਿਕਾਰੀ ਹੈ, ਜਿਸ ਉੱਤੇ ਵੀ ਕਾਰਵਾਈ ਹੋਈ ਹੈ। ਸੋ ਇਹ ਜੀ ਦੋਵਾਂ ਨੂੰ ਬੇਸ ਬਣਾਇਆ ਗਿਆ ਤੇ ਚਿੱਠੀ ਦੇ ਵਿੱਚ ਵੀ ਜਿਹੜਾ ਮੁੱਖ ਮੰਤਰੀ ਨੂੰ ਪਹਿਲਾਂ ਇੱਕ ਚਿੱਠੀ ਲਿਖੀ ਗਈ ਜਿਸ ਵਿੱਚ ਮਾਸ ਕੈਜੂਅਲ ਲੀਵ ਦੀ ਅਨਾਉਂਸਮੈਂਟ ਕੀਤੀ ਗਈ ਤੇ ਹੁਣ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਵੀ ਉਹਨਾਂ ਨੂੰ ਜਿਹੜਾ ਆਪਣਾ ਇਹਨਾਂ ਨੇ ਮੰਗ ਪੱਤਰ ਸੌਂਪਿਆ ਹੈ, ਜਿਸ ਵਿੱਚ 4 ਮੰਗਾਂ ਕੰਕਰੀਟ ਦਿੱਤੀਆਂ ਗਈਆਂ ਨੇ। ਲੇਕਿਨ ਜੀ ਮੁੱਦਾ ਇੱਥੇ ਸ਼ਾਇਦ ਇਹ, ਜਿਵੇਂ ਤੁਸੀਂ ਗੱਲ ਵੀ ਕਹੀ ਹੈ, ਵੀ ਆਪਣੇ ਆਪਣੇ ਜਿਹੜੇ ਹਿੱਤ ਨੇ ਨਾ, ਆਪਣਾ ਭਾਈਚਾਰਾ ਸਾਰਾ ਬਚਾਉਣਾ ਚਾਹੁੰਦੇ ਨੇ। ਹੁਣ ਵਿਜੀਲੈਂਸ ਬਿਊਰੋ ਇਕੱਲਾ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦਾ, ਉਹ ਤਾਂ ਪੁਲਿਸ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਹੁੰਦੀ ਹੈ। ਜੀ ਪੁਲਿਸ ਵਾਲੇ ਵੀ ਕਈ ਵਾਰ ਫੜੇ ਜਾਂਦੇ ਨੇ। ਸਭ ਤੋਂ ਜ਼ਿਆਦਾ ਜਿਹੜੀ ਕਰਪਸ਼ਨ ਹੈ ਤਹਿਸੀਲਾਂ ਦੇ ਵਿੱਚ ਦੇਖੀ ਗਈ ਹੈ, ਹਨਾ। ਲੋਕਾਂ ਦੀ ਰਜਿਸਟਰੀਆਂ ਕਰਾਉਣ ਨੂੰ ਲੈ ਕੇ, ਛੋਟੇ ਛੋਟੇ ਕੰਮਾਂ ਨੂੰ ਲੈ ਕੇ ਉਹਨਾਂ ਦੇ ਜਿਹੜੇ ਦਿੱਕਤਾਂ ਹੈਗੀਆਂ ਨੇ ਉਹ ਦੇਖੀਆਂ ਗਈਆਂ ਨੇ। ਸੋ ਜਦੋਂ ਇਹੋ ਜਿਹੀ ਚੀਜ਼ਾਂ ਨੂੰ ਫਲੈਗ ਕੀਤਾ ਜਾਂਦਾ ਹੈ ਤਾਂ ਫਿਰ ਇਹ ਜਿਹੜੇ ਇਤਰਾਜ਼ ਉੱਠਣੇ ਸੁਭਾਵਿਕ ਹੁੰਦੇ ਨੇ। ਲੇਕਿਨ ਵਿਜੀਲੈਂਸ ਬਿਊਰੋ ਦੀ ਜੇ ਕਾਰਵਾਈ ਹੋਈ ਹੈ ਤੇ ਮੈਨੂੰ ਲੱਗਦਾ ਵੀ ਪੀਸੀਐਸ ਸਾਡੇ ਸੀਨੀਅਰ ਪੱਧਰ ਦੇ ਅਧਿਕਾਰੀ ਹੈ, ਉਹਨਾਂ ਨੇ ਆਪਣੇ ਅਫਸਰ ਨੂੰ ਤਾਂ ਕਲੀਨ ਚਿੱਟੀ ਦੇ ਦਿੱਤੀ। ਇਹ ਤਾਂ ਸਾਫ਼ ਹੀ ਕਹਿਤਾ ਵੀ ਸਾਡਾ ਅਫਸਰ ਤਾਂ ਦੋਸ਼ੀ ਨਹੀਂ, ਉਲਟਾ ਜਿਹੜਾ ਉਹਨੂੰ ਫੜਨ ਗਏ ਵਿਜੀਲੈਂਸ ਬਿਊਰੋ ਸੀ, ਕਿਉਂਕਿ ਵਿਜੀਲੈਂਸ ਬਿਊਰੋ ਨੇ ਵੀ ਹਵਾ 'ਚ ਕਾਰਵਾਈ ਨਹੀਂ ਕੀਤੀ। ਉਹਨਾਂ ਕੋਲ ਸ਼ਿਕਾਇਤਾਂ ਆਈਆਂ, ਉਹਨਾਂ ਨੂੰ ਪਬਲਿਕ ਇਨਫੋਰਮੇਸ਼ਨ ਦੇ ਜ਼ਰੀਏ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਕਿ ਉਹਨਾਂ ਨੇ ਆਪਣੀ ਜਿੰਨੀ ਵੀ ਪੜਤਾਲ ਕੀਤੀ ਹੋਣੀ ਹੈ, ਸਹੀ ਗੱਲ ਕੀਤੀ ਹੈ। ਤਾਂ ਚਲੋ ਹੁਣ ਮੁਕੱਦਮਿਆਂ ਦਾ ਤਾਂ ਅਦਾਲਤਾਂ ਵਿੱਚ ਹੀ ਪਤਾ ਲੱਗਦਾ ਹੈ। ਸ਼ੁਰੂਆਤ ਦੇ ਵਿੱਚ ਤਾਂ ਤੁਸੀਂ ਕਹਿ ਨਹੀਂ ਸਕਦੇ ਵੀ ਵਿਜੀਲੈਂਸ ਨੇ ਕਾਰਵਾਈ ਸਹੀ ਕੀਤੀ ਨਹੀਂ ਕੀਤੀ। ਲੇਕਿਨ ਅਫਸਰਾਂ ਨੇ ਜਿਸ ਮਤਲਬ ਤੱਤੇ ਹੋ ਕੇ ਕਹਿ ਲਈਏ ਵੀ ਛੁੱਟੀ ਦੇ ਵੀ ਚਲੇ ਗਏ, ਇਕੱਠੇ ਵੀ ਹੋ ਗਏ। ਤੇ ਜਿਹੜਾ ਆਪਾਂ ਆਪਣੀ ਪਿਛਲੀ ਚਰਚਾ ਦੇ ਵਿੱਚ ਗੱਲ ਕੀਤੀ ਸੀ, ਪੰਜਾਬ ਦਾ ਜਿਹੜਾ ਉਹ ਬਹੁ ਕਰੋੜੀ ਘੁਟਾਲਾ ਸੀ, ਜਿਸ ਵਿੱਚ ਕਿ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਦੇ ਅਫਸਰਾਂ ਦੀ ਧਰਪਕੜ ਹੋਈ ਹੈ। ਤੁਹਾਨੂੰ ਪਤਾ ਹੈ 8 ਅਫਸਰ ਫੜੇ ਗਏ ਨੇ। ਉਸ ਦੇ ਵਿੱਚ ਇੱਕ ਐਸਪੀ ਸਿੰਘ ਨਾਂ ਦਾ ਐਗਜ਼ੀਕਟਿਵ ਡਾਇਰੈਕਟਰ, ਜੋ ਕਿ ਉੱਗੇ ਪੱਤਰਕਾਰ NS ਪਰਮਾਣਾ ਸਾਹਿਬ ਦੇ ਬੇਟੇ ਸੀ, ਉਹਨਾਂ ਦੇ ਅੰਤਿਮ ਸੰਸਕਾਰ ਤੇ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਫੜ ਲਿਆ ਗਿਆ ਸੀ। ਸੋ 8 ਅਫਸਰ ਇੱਕ ਹੀ ਟੇਕ 'ਚ ਫੜੇ ਗਏ। IAS ਅਫਸਰ ਨੀਲਿਮਾ ਦੇ ਖਿਲਾਫ ਪਰਚਾ ਦਰਜ ਕਰ ਲਿਆ। ਮੈਨੂੰ ਲੱਗਦਾ ਵੀ ਅਫਸਰਾਂ ਦੀ ਕਿਤੇ ਨਾ ਕਿਤੇ ਤਰਲੋ ਮੱਛੀ ਹੋਣ ਦਾ ਕਾਰਨ ਇਹ ਵੀ ਹੈ ਵੀ ਹੁਣ ਅਫਸਰਾਂ ਦੇ ਖਿਲਾਫ ਗਾਜ਼ ਗਿਰਨੀ ਸ਼ੁਰੂ ਹੋਈ ਹੈ। ਤੇ ਆਪਾਂ ਆਪਣੀ ਬੀਤੀ ਰਿਪੋਰਟ ਵਿੱਚ ਇਸੇ ਚੀਜ਼ ਨੂੰ ਹਾਈਲਾਈਟ ਦੱਸਿਆ ਸੀ। ਮੁੱਦਾ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ ਜਾਂ ਮੁਕੱਦਮਾ ਦਰਜ ਹੋ ਗਿਆ, ਪਹਿਲਾਂ ਹੀ ਜੇਲ੍ਹ 'ਚ ਚਲੇ ਆ ਰਹੇ ਸੀ, ਮੁੱਦਾ ਇਹ ਨਹੀਂ ਸੀ। ਮੁੱਦਾ ਤਾਂ ਇਹ ਸੀ ਵੀ ਅਫਸਰਾਂ ਦੇ ਉੱਤੇ ਗਾਜ਼ ਗਿਰੀ ਹੈ। ਤੇ ਅਫਸਰਾਂ ਦੇ ਉੱਤੇ ਗਾਜ਼ ਗਿਰਨ ਤੋਂ ਬਾਅਦ ਤੁਸੀਂ ਵੇਖੋ ਵੀ IAS ਅਫਸਰ ਵੀ ਇਕੱਠੇ ਹੋ ਕੇ ਮੁੱਖ ਮੰਤਰੀ ਨੂੰ ਮਿਲਦੇ ਨੇ। ਹੁਣ IAS ਅਫਸਰਾਂ ਨੂੰ ਕੀ ਤਕਲੀਫ ਹੈ, ਇਹ ਸਮਝ ਤੋਂ ਬਾਹਰ ਹੈ। ਜੇ ਇੱਕ IAS ਅਫਸਰ ਦਾ ਨਾਂ ਆ ਰਿਹਾ, ਜੇ ਤਾਂ ਮੰਤਰੀ ਸੁੰਦਰ ਸ਼ਾਮ ਅਰੋੜਾ 50 ਲੱਖ ਰੁਪਏ ਰਿਸ਼ਵਤ ਦਿੰਦਿਆਂ ਰੰਗੇ ਹੱਥੀ ਕਾਬੂ ਹੋ ਜਾਵੇ ਤਾਂ ਕਿਸੇ IAS ਅਫਸਰ ਨੇ ਜਾ ਕੇ ਮੁਲਾਕਾਤ ਕੀਤੀ ਨਹੀਂ। ਲੇਕਿਨ ਜਿਵੇਂ ਉਹਨਾਂ ਦੀ ਇੱਕ ਸੀਨੀਅਰ IAS ਅਫਸਰ ਦਾ ਨਾਂ ਜਾਂਦਾ, ਮੁੱਖ ਮੰਤਰੀ ਦੇ ਦੁਆਲੇ ਸਾਰੇ ਹੋ ਜਾਂਦੇ ਨੇ, ਇਕੱਠੇ ਹੋ ਰਹੇ ਨੇ ਨਾ। ਇਟ ਇਜ਼ ਤੁਸੀਂ ਦੇਖੋ ਵੀ ਸਾਰੇ ਉਧਰੋਂ PCS ਅਫਸਰਾਂ ਨੇ ਦਬਾਅ ਪਾਤਾ, ਉਧਰੋਂ IAS ਅਫਸਰਾਂ ਨੇ ਦਬਾਅ ਪਾਤਾ ਤੇ ਮੁੱਖ ਮੰਤਰੀ ਸਰਟਨਲੀ ਪ੍ਰੈਸ਼ਰ ਤੇ ਹੇਠ ਹੋਣਗੇ, ਕਿਉਂਕਿ ਇਹਨਾਂ ਅਫਸਰਾਂ ਤੋਂ ਹੀ ਕੰਮ ਲੈਣੇ ਆ। ਇਹ ਅਫਸਰ ਸਰਕਾਰ ਦਾ ਜਿਹੜੀ ਮਸ਼ੀਨਰੀ ਹੈ ਉਸਦੇ ਫੰਕਸ਼ਨਰੀਜ਼ ਹੈਗੇ ਨੇ। ਸੋ ਜੇ ਇਹਨਾਂ ਨੂੰ ਕੁਝ ਨਹੀਂ ਰੱਖਿਆ ਜਾਏਗਾ, ਪ੍ਰੋਟੈਕਸ਼ਨ ਹੀ ਮੰਗੀ ਜਾ ਰਹੀ ਹੈ ਵੀ ਸਾਨੂੰ ਟੱਚ ਨਾ ਕੀਤਾ ਜਾਵੇ। ਅਸੀਂ ਜੋ ਮਰਜ਼ੀ ਕਰਕੇ ਇੱਕ ਬਲੈਂਕਟ ਪ੍ਰੋਟੈਕਸ਼ਨ ਹੀ ਮੰਗ ਹੋ ਰਹੀ ਹੈ ਇਸ ਤਰ੍ਹਾਂ ਦੇ ਤਰੀਕੇ ਨਾਲ। ਦੇਖੋ ਇਹਨਾਂ ਨੇ ਜਿਹੜਾ ਇਤਰਾਜ਼ ਜ਼ਾਹਰ ਕੀਤਾ, ਉਹ ਕਹਿੰਦੇ ਜੀ ਵੀ ਸੈਕਸ਼ਨ 17A ਹੈ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦਾ। ਉਹਦੇ ਤਹਿਤ ਜੇ ਕਿਸੇ ਅਫਸਰ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਹੁੰਦੀ ਹੈ, ਉਸ ਦੀ ਸੰਬੰਧਿਤ ਜਿਹੜੀ ਅਥਾਰਟੀ ਹੈ ਉਸ ਤੋਂ ਤੁਸੀਂ ਇੱਕ ਸੈਂਕਸ਼ਨ ਲੈਣੀ ਹੁੰਦੀ ਹੈ। ਇਸ ਕੇਸ ਦੇ ਵਿੱਚ ਕਿਹਾ ਗਿਆ ਹੈ ਕਿ ਨਰਿੰਦਰ ਸਿੰਘ ਧਾਲੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਸਰਕਾਰ ਤੋਂ, ਗਵਰਨਰ ਤੋਂ ਜਿਹੜੀ ਮਨਜ਼ੂਰੀ ਨਹੀਂ ਲਈ ਸੀ। ਇਸ ਤਰੀਕੇ ਦਾ ਜਿਹੜਾ ਸੈਕਸ਼ਨ 17A ਨੂੰ ਕੋਟ ਕੀਤਾ ਗਿਆ। ਤੇ ਹਰ ਜਿਹੜਾ ਕਰਪਟ ਭ੍ਰਸ਼ਟ ਅਫਸਰ ਜਿਹੜਾ ਫਸਦਾ ਹੈ ਨਾ, ਸਭ ਤੋਂ ਪਹਿਲਾਂ ਉਹ ਇਹ ਨਹੀਂ ਕਹਿੰਦਾ ਕਿ ਉਹ ਗਲਤ ਨਜਾਇਜ਼ ਫਸਾਤਾ ਗਿਆ। ਉਹ ਇਹ ਵੀ ਨਹੀਂ ਕਹੇਗਾ ਵੀ ਮੈਂ ਰਿਸ਼ਵਤ ਨਹੀਂ ਲੈ ਰਿਹਾ ਸੀ। ਉਹ ਹਮੇਸ਼ਾ ਇਹ ਕਹੇਗਾ ਜੀ ਕਿ ਮੈਨੂੰ ਗ੍ਰਿਫਤਾਰ ਕਰਨ ਲਈ ਪਰਮਿਸ਼ਨ ਨਹੀਂ ਸਹੀ ਲਈ ਗਈ। ਹੁਣ ਤੁਸੀਂ ਦੱਸੋ ਵੀ ਤੁਹਾਨੂੰ ਕਰਪਸ਼ਨ ਕਰਦੇ ਹੋਏ ਜੇ ਕਿਸੇ ਨੇ ਫੜ ਲਿਆ, ਇਲਜ਼ਾਮਾਂ ਦੇ ਹੇਠ ਤੁਹਾਨੂੰ ਗ੍ਰਿਫਤਾਰ ਕਰ ਲਿਆ ਗਿਆ, ਤੇ ਤੁਸੀਂ ਸੈਂਕਸ਼ਨ ਦਾ ਸਵਾਲ ਬਣਾ ਕੇ ਆਪਣੇ ਕੇਸਾਂ ਨੂੰ ਲੜਦੇ ਹੋ। ਇਹ ਚੀਜ਼ ਹਰ ਕੇਸ 'ਚ ਹੋ ਰਹੀ ਹੈ। ਆ ਜਿਹੜਾ ਬਹੁ ਕਰੋੜੀ ਸਿੰਚਾਈ ਘੁਟਾਲਾ ਹੈ, ਇਸ ਦੇ ਵਿੱਚ KVS ਸਿੱਧੂ ਨਾਂ ਦਾ ਜਿਹੜੇ ਫਾਈਨਾਂਸ ਸਕੱਤਰ ਹੈਗੇ ਨੇ, ਉਹਨਾਂ ਨੇ ਹਾਈ ਕੋਰਟ ਤੋਂ ਉਹਨਾਂ ਨੂੰ ਬੇਲ ਮਿਲੀ ਹੋਈ ਹੈ। ਇਸ ਵਕਤ ਹਾਈ ਕੋਰਟ ਭੱਜ ਗਏ ਸੀ, ਬਾਹਰ ਚਲੇ ਗਏ ਸੀਗੇ। ਫਿਰ ਬਾਅਦ ਉਹਨਾਂ ਨੂੰ ਬੁਲਾਇਆ ਗਿਆ ਇੱਥੇ, ਹਾਲ ਵਿੱਚ ਹੀ ਉਹਨਾਂ ਨੇ ਵਿਜੀਲੈਂਸ ਬਿਊਰੋ ਨਾਲ ਇਨਵੈਸਟੀਗੇਸ਼ਨ ਜੁਆਇਨ ਵੀ ਕੀਤੀ। ਉਹਨਾਂ ਨੇ ਵੀ ਇਸੇ ਚੀਜ਼ ਨੂੰ ਬੇਸ ਬਣਾਇਆ ਜੀ ਕਿ ਮੈਨੂੰ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਜਾਂ ਮੇਰੇ ਖਿਲਾਫ FIR ਦਰਜ ਕਰਕੇ ਕਾਰਵਾਈ ਕਰਨ ਤੋਂ ਪਹਿਲਾਂ ਸੈਂਕਸ਼ਨ ਨਹੀਂ ਲਏਗੀ। ਸੋ ਸਾਰੇ ਅਫਸਰਾਂ ਦੀ ਤਕਲੀਫ ਤੇ ਇਹਨਾਂ ਦੀ ਜਿਹੜੀ ਅਸਲ ਦੀ ਨੁਕਤਾ ਹੈਗਾ, ਉਹ ਸੈਂਕਸ਼ਨ ਦਾ ਪੈ ਜਾਂਦਾ ਹੈ। ਇਸ ਕੇਸ ਦੇ ਵਿੱਚ ਵੀ PCS ਅਫਸਰਾਂ ਨੂੰ ਇਹ ਹੈ ਵੀ ਜੀ ਹੁਣ ਤੁਸੀਂ ਮਾਪਦੰਡ ਤੈਅ ਕਰੋ ਵੀ ਜਦੋਂ ਤੁਸੀਂ ਅਫਸਰ ਦੇ ਖਿਲਾਫ ਕਾਰਵਾਈ ਕਰਨੀ ਹੈ ਵਿਜੀਲੈਂਸ ਬਿਊਰੋ ਨੇ ਕਰਪਸ਼ਨ ਦੇ ਖਿਲਾਫ, ਤੇ ਉਹ ਸੈਂਕਸ਼ਨ ਲੈਣ। ਹੁਣ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਕਿ ਵਿਜੀਲੈਂਸ ਬਿਊਰੋ ਕਿਉਂ ਸੈਂਕਸ਼ਨ ਲਵੇ ਤੇ ਕਿਸ ਤੋਂ ਲਵੇ। ਕਾਨੂੰਨ ਤਾਂ ਬਿਲਕੁਲ ਠੀਕ ਹੈ, ਲੇਕਿਨ ਤੁਸੀਂ ਪ੍ਰੈਕਟੀਕਲੀ ਦੇਖੋ ਵੀ ਤੁਸੀਂ ਕਿਸੇ ਰਿਸ਼ਵਤ ਲੈਂਦੇ ਹੋਏ ਅਫਸਰ ਨੂੰ ਰੰਗੇ ਹੱਥੀ ਕਾਬੂ ਕਰਨਾ ਹੈ, ਤੁਸੀਂ ਉਹਦੇ ਲਈ ਜੇ ਸੈਂਕਸ਼ਨ ਮੰਗਣ ਲਈ ਉਹਦੇ ਅਫਸਰਾਂ ਕੋਲ ਤੁਰ ਪਓਗੇ, ਉੱਥੇ ਇੱਕ ਪੂਰਾ ਦਾ ਪੂਰਾ ਹੁਣ ਇਹ ਕਹਿ ਰਹੇ ਨੇ ਕਿ ਕਮੇਟੀ ਬਣਾ ਲਓ ਜੀ, ਉਸ ਦੇ ਵਿੱਚ ਸਕੱਤਰ ਹੋਣ ਜੀ, ਮੁੱਖ ਸਕੱਤਰ ਹੋਣ, ਸੀਨੀਅਰ ਲੈਵਲ ਦੇ ਆਫਿਸਰ ਫੰਕਸ਼ਨਰੀਜ਼ ਹੋਣ। ਹੁਣ ਜਦੋਂ ਪੂਰੇ ਦੇ ਪੂਰੇ ਸ਼ਹਿਰ 'ਚ ਤੁਸੀਂ ਢੰਡੋਰਾ ਹੀ ਪਿੱਟ ਦੇਣਾ ਵੀ ਇਸ ਅਫਸਰ ਨੂੰ ਅਸੀਂ ਰੰਗੇ ਹੱਥੀਂ ਕਾਬੂ ਕਰਨਾ ਹੈ ਜਾਂ ਇਸ ਅਫਸਰ ਨੂੰ ਅਸੀਂ ਰਿਸ਼ਵਤ ਦੇ ਕੇਸ ਦੇ ਵਿੱਚ ਗ੍ਰਿਫਤਾਰ ਕਰਨਾ ਹੈ, ਤਾਂ ਉਸ ਤੋਂ ਪਹਿਲਾਂ ਅਫਸਰ ਕਿਉਂ ਨਹੀਂ ਭੱਜ ਜਾਏਗਾ ਉੱਥੋਂ, ਜਾਂ ਕਿਉਂ ਉਹਦੇ ਕੋਲ ਕਾਰਨ ਹੀ ਨਹੀਂ ਹੋਏਗਾ। ਤੁਸੀਂ ਜੇ ਕੋਈ ਟਰੈਪ ਵਿਛਾਣਾ, ਤੁਸੀਂ ਉਹਨੂੰ ਕੋਈ ਆਪਣਾ ਜਿਸਨੂੰ ਕਹਿੰਦੇ ਕੰਡੂਟ ਭੇਜ ਕੇ ਆਪਣਾ ਕੋਈ
ਡੀਕੋਏ ਕਸਟਮਰ ਭੇਜ ਕੇ ਉਹਨੂੰ ਰਿਸ਼ਵਤ ਵਗੈਰਾ ਦੇਣੀ ਹੈ, ਜਿਸ ਦੇ ਤਹਿਤ ਤੁਸੀਂ ਉਹਨੂੰ ਗ੍ਰਿਫਤਾਰ ਕਰਨਾ ਹੈ। ਉਹ ਸਾਰੇ ਦੇ ਸਾਰੀ ਚੀਜ਼ਾਂ ਕਿਵੇਂ ਹੋ ਸਕਦੀਆਂ ਨੇ ਜੇ ਤੁਸੀਂ ਪਹਿਲਾਂ ਹੀ ਇਹ ਸੈਂਕਸ਼ਨਸ ਦੇ ਚੱਕਰ 'ਚ ਪੈ ਜਾਓਗੇ। ਠੀਕ ਹੈ, ਕਾਨੂੰਨ ਤਾਂ ਇਹ ਕਹਿੰਦਾ ਕਿ ਸੈਂਕਸ਼ਨ ਲਓ, ਇਸ ਨੂੰ ਡਿਸਕ੍ਰਿਸ਼ਨ ਦੇ ਵਿੱਚ ਲਿਆ ਜਾਣਾ ਵੀ ਚਾਹੀਦਾ ਹੈ, ਲੇਕਿਨ ਪ੍ਰੈਕਟੀਕਲੀ ਕਿੰਨਾ ਪੋਸੀਬਲ ਹੈ, ਕਿੰਨਾ ਸੰਭਵ ਹੈ, ਇਸ ਉੱਤੇ ਇੱਕ ਆਪਣਾ ਵਿਚਾਰ ਚਾਹੀਦਾ ਸੀਗਾ। ਲੇਕਿਨ ਉਹ ਗੱਲਾਂ ਬਾਤਾਂ ਤਾਂ ਦੂਰ ਦੀਆਂ ਨੇ ਵੀ ਇਹੋ ਜਿਹੇ ਕਰਪਟ ਅਫਸਰਾਂ ਨੂੰ ਫੜਨਾ ਕਿਵੇਂ। ਫਿਲਹਾਲ ਤਾਂ ਇੱਥੇ ਐਂ ਨਜ਼ਰ ਆ ਰਿਹਾ ਵੀ ਪੰਜਾਬ ਦੇ ਵਿੱਚ ਸਾਰੇ ਅਫਸਰ ਦੁੱਧ ਦੇ ਧੁਲੇ ਹੋਏ ਨੇ, ਤੇ ਇਹਨਾਂ ਦੇ ਪਿੱਛੇ ਜਿਹੜੇ ਅਫਸਰਾਂ ਦੀ ਲੌਬੀ ਖੜੀ ਆ, ਉਹ ਕਹਿ ਰਹੇ ਵੀ ਅਸੀਂ ਤਾਂ ਤਦ ਤੱਕ ਇਮਾਨਦਾਰੀ ਦਾ ਠੱਪਾ ਆਪਣੇ ਮੱਥੇ ਤੇ ਲਵਾ ਕੇ ਆਏ ਜਦ ਤੱਕ ਅਸੀਂ ਬੇਈਮਾਨ ਪ੍ਰੂਵ ਨਹੀਂ ਹੋ ਜਾਂਦੇ। ਤੇ ਇਹ ਜੇ ਕੋਈ ਕਾਰਵਾਈ ਹੁੰਦੀ ਹੈ ਤਾਂ ਉਸ ਕੇਸ ਦੇ ਵਿੱਚ ਇਸ ਤਰੀਕੇ ਦੀ ਲਾਮਬੰਦੀ, ਠੀਕ ਹੈ, ਅਸੀਂ ਬਾਰ-ਬਾਰ ਇਹ ਕਹਿੰਦੇ ਕਿ ਕਿਸੇ ਨਾਲ ਵਧੀਕੀ ਨਹੀਂ ਹੋਣੀ ਚਾਹੀਦੀ, ਲੇਕਿਨ ਇਹੋ ਜਿਹੀ ਸੈਂਕਸ਼ਨਾਂ ਦੀ ਲੋੜ ਸਿਰਫ ਅਫਸਰਾਂ ਨੂੰ ਕਿਉਂ ਚਾਹੀਦੀ ਹੈ? ਮੈਨੂੰ ਲੱਗਦਾ ਫਿਰ ਤਾਂ ਹਰ ਆਦਮੀ ਦੇ ਖਿਲਾਫ ਵਿਜੀਲੈਂਸ ਬਿਊਰੋ ਕਾਰਵਾਈ ਕਰੇ, ਕਿ ਰਾਜਨੀਤਿਕ ਲੀਡਰ ਹੈਗਾ ਜੇ ਉਹਦੇ ਖਿਲਾਫ ਵੀ, ਸਾਬਕਾ ਮੰਤਰੀ ਦੇ ਖਿਲਾਫ ਕਾਰਵਾਈ ਕਰਨੀ ਹੈ ਤਾਂ ਫਿਰ ਮੈਨੂੰ ਉਹ ਕਹੇਗਾ ਜੀ ਮੇਰੀ ਤਾਂ ਸਪੀਕਰ ਤੋਂ ਤੁਸੀਂ ਪਰਮਿਸ਼ਨ ਲੈ ਕੇ ਆਓ, ਮੈਂ ਤਾਂ ਕਿਸੇ ਸਮੇਂ ਵਿਧਾਨ ਸਭਾ ਦਾ ਮੈਂਬਰ ਰਿਹਾ ਹੈਗਾ, ਤਾਂ ਮੇਰਾ ਤਾਂ ਤੁਸੀਂ ਗਵਰਨਰ ਤੋਂ ਲੈ ਕੇ ਆਓ, ਮੈਂ ਕਿਸੇ ਸਮੇਂ ਮੰਤਰੀ ਰਿਹਾ ਹੈਗਾ। ਸੋ ਇਹ ਚੀਜ਼ਾਂ ਨਾ ਲੌਜੀਕਲੀ ਤਾਂ ਨਹੀਂ, ਮਤਲਬ ਪ੍ਰੈਕਟੀਕਲੀ ਇਹਨਾਂ 'ਚ ਦਿੱਕਤਾਂ ਹੈਗੀਆਂ ਨੇ, ਲੇਕਿਨ ਇੱਥੇ ਨਾ ਇਖਲਾਕ ਦਾ ਸਵਾਲ ਹੈ, ਇੱਥੇ ਮੋਰਾਲਿਟੀ ਦਾ ਕੁਐਸਚਨ ਵੀ ਹੈ। ਇਹਨਾਂ ਅਫਸਰਾਂ ਨੂੰ ਰਾਦਰ ਦੈਨ ਕਿ ਇਸ ਤਰੀਕੇ ਦਾ ਬਦਲ ਸਟੈਂਡ ਲੈਂਦੇ, ਤੇ ਜੇ ਇਸ ਅਫਸਰ ਦੇ ਨਾਲ ਕੋਈ ਧੱਕਾ ਹੋਇਆ, ਵਧੀਕੀ ਹੋਈ, ਤੁਸੀਂ ਮੁੱਖ ਮੰਤਰੀ ਨਾਲ ਜਾਓ, ਜਥੇਬੰਦਕ ਤੌਰ ਤੇ ਮਿਲੋ, ਆਪਣਾ ਕੜਾ ਇਤਰਾਜ਼ ਜ਼ਾਹਰ ਕਰੋ, ਤੁਸੀਂ ਮੁੱਖ ਮੰਤਰੀ ਨੂੰ ਜਿੰਨੀ ਵੀ ਸਖਤੀ ਦੇ ਨਾਲ ਕਹਿ ਸਕਦੇ ਹੋ ਕਹੋ, ਲੇਕਿਨ ਤੁਸੀਂ ਧਮਕੀ ਦੇ ਕੰਮ, ਤੂੰ ਤਾਂ ਮੈਸ ਕੈਜੂਅਲ ਲੀਵ ਤੇ ਤਾਂ ਜਾ ਚੁੱਕੇ ਨੇ, ਛੁੱਟੀ ਦੇ ਲੋਕ ਜਾ ਚੁੱਕੇ ਨੇ, ਕੰਮਕਾਜ ਠੱਪ ਹੋ ਚੁੱਕਿਆ, ਅੱਜ ਤੁਸੀਂ ਆਪਣੀ ਜਿਹੜੀ ਕਹਿ ਸਕਦੇ ਹਾਂ ਵੀ ਇਸ ਧਮਕੀ ਦੇ ਬੇਸ ਉੱਤੇ ਤੁਸੀਂ ਮੁੱਖ ਮੰਤਰੀ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਤੋਂ ਉਹ ਰਿਆਇਤਾਂ ਲੈਣਾ ਚਾਹ ਰਹੇ ਹੋ, ਜੋ ਕਿ ਹੋਰ ਕਿਸੇ ਨੂੰ ਤਾਂ ਮਿਲਦੀਆਂ ਨਹੀਂ, ਲੇਕਿਨ ਅਫਸਰਾਂ ਨੂੰ ਤਾਂ ਰਿਆਇਤਾਂ ਚਾਹੀਦੀਆਂ ਨੇ। ਸੋ ਬਿਊਰੋਕ੍ਰੇਸੀ ਤਾਂ ਸਾਡੀ ਆਲਰੇਡੀ ਪੰਜਾਬ ਦੇ ਵਿੱਚ ਜਿਹਨੂੰ ਕਹਿੰਦੇ ਬਿਊਰੋਕ੍ਰੇਸੀ ਤਾਂ ਸ਼ੁਰੂ ਤੋਂ ਹੀ ਹਾਵੀ ਸੀ, ਸਿਰਫ ਇਹ ਹੈ ਵੀ ਇਹਨਾਂ ਦੇ ਉੱਤੇ ਨਜ਼ਰ ਕਿਸੇ ਦੇ ਨਹੀਂ ਪਈ ਸੀ, ਤੇ ਅੱਜ ਜੇ ਵਿਜੀਲੈਂਸ ਬਿਊਰੋ ਕਾਰਵਾਈ ਕਰ ਰਿਹਾ ਹੈ, ਪੰਜਾਬ ਸਰਕਾਰ ਨੇ ਉਹਨਾਂ ਨੂੰ ਖੁੱਲ੍ਹ ਦਿੱਤੀ ਹੈ ਕਾਰਵਾਈ ਕਰਨ ਦੀ, ਮੈਨੂੰ ਲੱਗਦਾ ਵੈਲਕਮ ਸਟੈਪ ਹੈ। ਕੇਸ ਟੂ ਕੇਸ ਜੇ ਕਿਸ ਨਾਲ ਹੋ ਰਿਹਾ ਤਾਂ ਤੁਸੀਂ ਉਸ ਦਾ ਇਲਾਜ ਕਰ ਲਓ, ਲੇਕਿਨ ਇਸ ਤਰੀਕੇ ਨਾਲ ਇਕੱਠੇ ਹੋਣ ਦੀ ਮੈਨੂੰ ਲੱਗਦਾ ਗਲਤ, ਬਹੁਤ ਹੀ ਗਲਤ ਇੱਕ ਮਾੜਾ ਪ੍ਰੈਸੀਡੈਂਟਸ ਜਿਹੜਾ ਹੈ ਉਹ ਸਥਾਪਿਤ ਹੋਇਆ ਜੀ। ਤੇ ਜੀ ਇੱਕ ਗੱਲ, ਸਰਕਾਰ ਨੇ ਇਹਨੇ ਠੋਕ ਵਜਾ ਕੇ ਕਿਹਾ ਹੈ ਵੀ ਅਸੀਂ ਕਰਪਸ਼ਨ ਖਤਮ ਕਰਨੀ ਹੈ, ਐਂਟੀ ਕਰਪਸ਼ਨ ਹੈਲਪਲਾਈਨ ਵੀ ਚਲਾਈ ਹੈ। ਹੁਣ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਵੀ ਲੋਕਾਂ ਨੂੰ ਫੜ ਕੇ ਜੇਲ੍ਹ 'ਚ ਪਾ ਦੇਣਾ, ਇਹਦੇ ਨਾਲ ਕਰਪਸ਼ਨ ਖਤਮ ਨਹੀਂ ਹੋ ਰਹੀ ਹੈਗੀ, ਹੋਰ ਐਵੇਨਿਊਜ਼ ਤੇ ਵੀ ਦੇਖਣਾ ਪਊਗਾ ਵੀ ਕਰਪਸ਼ਨ ਕਿਸ ਤਰੀਕੇ ਨਾਲ ਬੰਦ ਕੀਤੀ ਜਾਵੇ। ਪ੍ਰੋਸੈਸਿਸ ਜਿਹੜੇ ਹੋ ਰਹੇ ਨੇ ਕਰਪਸ਼ਨ ਦੇ, ਜਿਹੜੇ ਬਣੇ ਹੋਏ ਨੇ, ਚਾਹੇ ਛੋਟੇ ਲੈਵਲ ਤੇ ਹੋਣ, ਵੱਡੇ ਲੈਵਲ ਤੇ ਹੋਣ, ਕੀ ਇਸ ਦੇ ਉੱਤੇ ਪੰਜਾਬ ਸਰਕਾਰ ਨੂੰ ਹੁਣ ਸੋਚਣਾ ਪਵੇਗਾ? ਇਹ ਕਹਿ ਰਹੇ ਜੇ ਬੰਦੇ ਤਾਂ ਹੀ ਫੜੇ ਜਾ ਰਹੇ ਕਿਉਂਕਿ ਹਜੇ ਵੀ ਕਰਪਸ਼ਨ ਚੱਲ ਰਹੀ ਹੈ, ਤੇ ਹੋਰ ਵੀ ਆਉਣ ਵਾਲੇ ਸਮੇਂ 'ਚ ਚੱਲਦੀ ਰਹੂਗੀ, ਗ੍ਰਿਫਤਾਰੀਆਂ ਵੀ ਹੁੰਦੀਆਂ ਰਹਿਣਗੀਆਂ। ਜੀ ਦੇਖੋ ਜੀ, ਕਰਪਸ਼ਨ ਤਾਂ ਬਿਲਕੁਲ ਚੱਲਦੀ ਪਈ ਹੈ ਤੇ ਚੱਲਦੀ ਰਹਿਣੀ ਹੈ। ਉਹ ਤਾਂ ਮੁਕੰਮਲ ਤੌਰ ਤੇ ਤਾਂ ਸਿਸਟਮ ਨੇ ਕਦੇ ਠੀਕ ਹੋ ਨਹੀਂ ਜਾਣਾ, ਉਹਦੇ 'ਚ ਕੋਈ ਦੋ ਰਾਵਾਂ ਨਹੀਂ, ਲੇਕਿਨ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਹੁਣ ਦੇਖੋ ਤੁਸੀਂ ਵਿਜੀਲੈਂਸ ਬਿਊਰੋ ਦਾ ਇੱਕ ਅੱਜ ਜੇ ਤੁਸੀਂ ਇਹੋ ਜਿਹੇ ਕਰਪਸ਼ਨ ਅਫਸਰਾਂ ਨੂੰ ਛੱਡਣਾ ਸ਼ੁਰੂ ਕਰ ਦਿਓ, ਜਾਂ ਅਫਸਰਾਂ ਦੇ ਪਿੱਛੇ ਅਫਸਰ ਲਾਮਬੰਦ ਸ਼ੁਰੂ ਹੋ ਜਾਣ, ਅੱਜ ਇਹ ਖੜੇ ਹੋਏ ਨੇ, ਕੱਲ ਨੂੰ ਪੁਲਿਸ ਕਹੇਗੀ ਵੀ ਸਾਡੇ ਅਫਸਰਾਂ ਨੂੰ ਗਲਤ ਫੜਿਆ ਜਾ ਰਿਹਾ ਜੀ। ਰੈਵਨਿਊ ਦਾ ਜਿਹੜਾ ਮਹਿਕਮਾ ਹੈ, ਨਾਇਬ ਤਹਿਸੀਲਦਾਰ, ਪਟਵਾਰੀ, ਉਹ ਤਾਂ ਪਹਿਲਾਂ ਹੀ ਇਕੱਠੇ ਨੇ, ਉਹ ਤਾਂ ਮੰਨਦੇ ਨਹੀਂ ਵੀ ਤਹਿਸੀਲਾਂ 'ਚ ਕਰਪਸ਼ਨ ਹੋ ਰਹੀ ਹੈ। ਤੁਸੀਂ ਸਿਚੁਏਸ਼ਨ ਸਮਝੋ ਜਰਾ, ਕਰਪਸ਼ਨ ਹੋ ਰਹੀ ਹੈ, ਭ੍ਰਿਸ਼ਟਾਚਾਰ ਹੋ ਰਿਹਾ, ਲੋਕਾਂ ਨੂੰ ਅੱਜ ਪੈਸਾ ਦੇਣਾ ਪੈ ਰਿਹਾ ਤਹਿਸੀਲਾਂ ਜਾ ਕੇ, ਤੇ ਇੱਕ ਪਾਸੇ ਅਫਸਰਾਂ ਦੀ ਲੌਬੀ ਕਹਿੰਦੀ ਜੀ ਇੱਥੇ ਕਰਪਸ਼ਨ ਨਹੀਂ ਹੁੰਦੀ। ਤੁਹਾਨੂੰ ਯਾਦ ਹੈ ਅੱਜ ਤੋਂ 2 ਜਾਂ 3 ਮਹੀਨੇ ਪਹਿਲਾਂ ਫਿਰੋਜ਼ਪੁਰ ਜਾਂ ਮੋਗੇ ਦੇ ਇਲਾਕੇ ਦੇ ਵਿੱਚ, ਬਾਘਾ ਪੁਰਾਣਾ ਟੂ ਬੀ ਪ੍ਰੀਸਾਈਜ਼, ਇੱਕ ਪੱਤਰਕਾਰ ਦੇ ਖਿਲਾਫ ਇੱਕ ਪਰਚਾ ਰਜਿਸਟਰ ਕਰਤਾ ਗਿਆ ਸੀ। ਉਹਨੇ ਸਿਰਫ ਇੱਕ ਖਬਰ ਕੀਤੀ ਸੀ ਕਿ ਜੀ ਵਸੂਲੀ ਜਿਹੜੀ ਹੈਗੀ ਹੈ, ਗਲਤ ਨਜਾਇਜ਼ ਤਰੀਕੇ ਨਾਲ ਫੀਸਾਂ ਦੀ ਵਸੂਲੀ ਕੀਤੀ ਜਾਂਦੀ ਹੈ। ਉਹ ਵੀ ਅਗਲੇ ਕਿਸੇ ਅਫਸਰ ਦੇ ਨਾਲ, ਅਫਸਰ ਕੋਲੋਂ ਉਹਦਾ ਵਰਜਨ ਲੈਣ, ਬਿਆਨ ਲੈਣ ਗਏ, ਤੇ ਉਸ ਪੱਤਰਕਾਰ ਦੇ ਖਿਲਾਫ ਪਰਚਾ ਦਰਜ ਕਰਕੇ ਜੀ ਸਾਰੇ ਇਕੱਠੇ ਹੋ ਗਏ ਅਫਸਰ। ਸੇਮ ਸਿਚੁਏਸ਼ਨ ਹੋਈ ਸੀ, ਅਫਸਰਾਂ ਨੇ ਇੱਕ ਲਿਖ ਕੇ ਲੰਬੀ ਚੌੜੀ ਚਿੱਠੀ ਲਿਖਤੀ ਜੀ, ਇਹ ਪੱਤਰਕਾਰ ਹੈ ਜੀ, ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ, ਸਾਡੇ ਕੰਮ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ, ਪੱਤਰਕਾਰਾਂ ਤੇ ਪਰਚਾ ਦਰਜ ਕਰ ਲਿਆ ਗਿਆ ਸੀਗਾ। ਉਹ ਅਜੇ ਵੀ ਸ਼ਾਇਦ ਮੈਨੂੰ ਲੱਗਦਾ ਪਰਚਾ, ਮਸਲਾ ਤਾਂ ਥੋੜਾ ਹੱਲ ਹੋ ਗਿਆ, ਕਿਉਂਕਿ ਉਸ ਤੋਂ ਬਾਅਦ ਰੌਲਾ ਰੱਪਾ ਵੀ ਪਿਆ, ਥੋੜਾ ਮੀਡੀਆ 'ਚ ਵੀ ਗੱਲਬਾਤ ਉੱਠੀ। ਸੋ ਭ੍ਰਿਸ਼ਟਾਚਾਰ ਹੋ ਰਿਹਾ ਹੋਵੇ ਤੇ ਅਫਸਰ ਕਹਿਣ ਜੀ ਨਹੀਂ, ਅਸੀਂ ਤਾਂ, ਸਾਡੇ ਬੰਦੇ ਤਾਂ ਉਹ ਹੈਗੇ ਨੇ। ਟਰਾਂਸਪੋਰਟ ਮਹਿਕਮੇ 'ਚ ਕਿਹਨੂੰ ਨਹੀਂ ਪਤਾ ਕੀ ਨਹੀਂ ਹੋ ਰਿਹਾ ਹੈਗਾ ਤੇ ਕੀ ਨਹੀਂ ਹੋ ਰਿਹਾ ਹੋਏਗਾ, ਠੀਕ ਹੈ ਨਾ। ਹੁਣ ਤਾਂ ਤੁਸੀਂ ਕਹੋਗੇ ਜੀ ਕਿ ਮੈਨੂੰ ਤਾਂ ਸਬੂਤ ਲਿਆ ਕੇ ਦਿਓ, ਸਬੂਤ ਤਾਂ ਫਿਰ ਕਿਸੇ ਨਾ ਕਿਸੇ ਦਿਨ ਕੋਈ ਨਾ ਕੋਈ ਸਟਿੰਗ ਆਪਰੇਸ਼ਨ ਹੋ ਜਾਂਦਾ ਹੈ, ਜਾਂ ਫਿਰ ਵਿਜੀਲੈਂਸ ਬਿਊਰੋ ਜਦੋਂ ਰੰਗੇ ਹੱਥੀਂ ਕਾਬੂ ਕਰ ਲੈਂਦੀ ਹੈ, ਫਿਰ ਆਪੇ ਨਿਕਲ ਆਉਂਦੇ ਹੁੰਦੇ ਨੇ। ਲੇਕਿਨ ਇੱਕ ਸਿਸਟਮ ਹੈ, ਪ੍ਰੋਟੋਕਾਲ ਦੇ ਹਿਸਾਬ ਨਾਲ ਵਿਜੀਲੈਂਸ ਬਿਊਰੋ ਨੇ ਆਪਣੀ ਕਾਰਵਾਈ ਕਰਨੀ ਹੈ। ਥੋੜੀ ਜਿਹੀ 19-21 ਹੋ ਜਾਂਦੀ ਹੈ ਕੰਮਾਂ ਦੇ ਵਿੱਚ, ਜਦੋਂ ਅਸੀਂ ਪ੍ਰੈਕਟੀਕਲੀ ਚੀਜ਼ਾਂ ਕਰਨ ਜਾਂਦੇ ਹੋ, ਜ਼ਰੂਰੀ ਨਹੀਂ ਵੀ ਹਰ ਚੀਜ਼ ਬਿਲਕੁਲ ਕਾਨੂੰਨ ਦੀ ਕਿਤਾਬ ਦੇ ਹਿਸਾਬ ਨਾਲ ਹੀ ਹੋਵੇ, ਤੇ ਇਹਨਾਂ ਹੀ ਘੁੰਡੀਆਂ ਦਾ ਫਾਇਦਾ ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚ ਇਹਨਾਂ ਅਫਸਰਾਂ ਨੇ ਚੱਕਣਾ ਹੈ। ਇਹਨਾਂ ਨੂੰ ਵੀ ਪਤਾ ਹੈ ਕਿ ਇਹਨਾਂ ਨੇ ਰਿਲੀਫ ਲੈ ਜਾਣੇ ਹੈਗੇ ਜੇ ਵਿਜੀਲੈਂਸ ਬਿਊਰੋ ਨੇ ਕੋਈ ਵੀ ਗਲਤੀ ਕੀਤੀ, ਜੋ ਕਿ ਉਹਨਾਂ ਤੋਂ ਹੋ ਵੀ ਸਕਦੀ ਹੈ, ਜਾਣਬੁੱਝ ਕੇ ਨਹੀਂ ਤਾਂ ਅਣਜਾਣੇ ਦੇ ਵਿੱਚ ਵੀ ਘੋਲ ਰਹਿ ਸਕਦੀ ਹੈ ਕੰਮਕਾਜ ਦੇ ਵਿੱਚ। ਪ੍ਰੈਕਟੀਕਲੀ ਚੀਜ਼ਾਂ ਹੁੰਦੀਆਂ ਨੇ, ਇੰਨਾ ਸੌਖਾ ਨਹੀਂ ਹੁੰਦਾ ਕਿਸੇ ਬੰਦੇ ਨੂੰ ਟਰੈਪ ਲੈ ਕਰਕੇ ਫੜਨਾ। ਗੱਲਾਂ ਮਾਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ, ਲੇਕਿਨ ਜੇ ਉਹਦੇ 'ਚ ਥੋੜੀ ਬਹੁਤ ਕਮੀ ਪੇਸ਼ੀ ਰਹਿ ਗਈ ਹੈ
ਤਾਂ ਉਹ ਅਦਾਲਤਾਂ ਦੇ ਵਿੱਚ ਇਹਨਾਂ ਨੇ ਰਿਲੀਫ ਲੈ ਜਾਣਾ ਹੁੰਦਾ। ਲੇਕਿਨ ਇਸ ਵਕਤ ਚਿੰਤਾ ਦਾ ਕਾਰਨ ਹੈ ਕਿ ਉਹਨਾਂ ਉਸ ਸਟੇਜ ਤੇ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਅਫਸਰ ਜਾ ਕੇ ਇਕੱਠੇ ਹੋ ਜਾਂਦੇ ਨੇ, ਕਿਉਂਕਿ ਤੁਹਾਡੇ ਹੁਣ ਅਫਸਰਾਂ ਦੇ ਖਿਲਾਫ ਕੰਮ ਹੋਣਾ ਸ਼ੁਰੂ ਹੋਇਆ ਹੈ। ਬਾਕੀ ਜਿਹੜੀ ਤੁਸੀਂ ਲਾਰਜਰ ਕਰਪਸ਼ਨ ਦੀ ਗੱਲ ਕੀ, ਉਹ ਤਾਂ ਰਹਿਣੀ ਹੈ, ਆਪਾਂ ਕਦੇ ਵੀ ਇਹ ਨਹੀਂ ਕਹਿ ਸਕਾਂਗੇ ਵੀ ਕਰਪਸ਼ਨ ਦੂਰ ਹੋ ਗਈ, ਲੇਕਿਨ ਜਿੰਨਾ ਕੰਮ ਕੀਤਾ ਜਾਏ ਘੱਟ ਹੈ। ਹੁਣ ਜੇ ਮੈਨੂੰ ਲੱਗਦਾ ਵਿਜੀਲੈਂਸ ਬਿਊਰੋ ਦੇ ਇੱਕ ਪਿਛਲੀ ਵੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ, ਅਫਸਰ ਥੋੜੇ ਜਿਹੇ ਸਖਤ ਆਏ ਨੇ, ਉਹ ਆਪਣਾ ਕੰਮ ਕਰ ਰਹੇ ਨੇ। 50-50 ਲੱਖ ਰੁਪਏ ਦਾ ਰਿਸ਼ਵਤ AIG ਮਨਮੋਹਨ ਨੇ ਖੁਦ ਛੱਡਤੀ ਸੀ। ਕੱਲ ਨੂੰ ਜੇ ਤੁਸੀਂ ਇਹੋ ਜਿਹੇ ਅਫਸਰਾਂ ਨੂੰ ਛੱਡਣਾ ਸ਼ੁਰੂ ਕਰੋਗੇ ਤਾਂ ਫਿਰ ਵਿਜੀਲੈਂਸ ਬਿਊਰੋ ਵਾਲੇ ਅਫਸਰ ਕਹੋਗੇ ਵੀ ਚੰਗਾ ਸੀ, ਸਾਡੇ ਕੋਲ ਆ ਹੀ ਰਿਹਾ ਸੀ ਨਾ, 50 ਲੱਖ ਰੁਪਏ ਲੈ ਲੈਂਦੇ, ਕੀ ਦਿੱਕਤ ਸੀ ਫਿਰ। ਜੇ ਅਫਸਰਾਂ ਦੇ ਨਾਲ ਤੁਸੀਂ ਐਵੇਂ ਰਿਆਇਤਾਂ ਕਰਨੀਆਂ ਨੇ ਤਾਂ ਫਿਰ ਉਹ ਜਿਹੜੇ ਲੋਕ ਸਵੇਰ ਸ਼ਾਮ ਇਹੋ ਜਿਹੇ ਲੋਕਾਂ ਨੂੰ ਟਰੈਪ ਕਰਦੇ ਨੇ ਵਿਜੀਲੈਂਸ ਬਿਊਰੋ ਦੇ, ਉਹਨਾਂ ਅਫਸਰਾਂ ਕੋਲ ਕੀ ਇਨਸੈਂਟਿਵ ਰਹਿ ਜਾਂਦਾ, ਜਾਂ ਉਹਨਾਂ ਅਫਸਰਾਂ ਕੋਲ ਕੀ ਹੌਸਲਾ ਅਫਜ਼ਾਈ ਰਹਿ ਸਕਦੀ। ਇਹ ਤਾਂ ਵਿਜੀਲੈਂਸ ਬਿਊਰੋ ਨੂੰ ਡੀਮੋਰਲਾਈਜ਼ ਕਰਨ ਦੀ ਵੀ ਕੋਸ਼ਿਸ਼ ਹੈ। ਮੈਂ ਨਹੀਂ ਕਹਿੰਦਾ ਦੁੱਧ ਦਾ ਧੁਲਿਆ ਵਿਜੀਲੈਂਸ ਬਿਊਰੋ ਦੇ ਉੱਤੇ ਲੱਖਾਂ ਸਵਾਲ ਹੈਗੇ ਨੇ, ਲੇਕਿਨ ਅੱਜ ਜੇ ਕੁਝ ਕੇਸਾਂ ਦੇ ਵਿੱਚ ਚੰਗੀ ਕਾਰਵਾਈ ਹੋ ਰਹੀ ਹੈ ਤਾਂ ਮੈਨੂੰ ਲੱਗਦਾ ਉਸ ਦੀ ਪ੍ਰੌੜਤਾ ਕਰਨ ਦੀ ਲੋੜ ਹੈ, ਤੇ ਇਸ ਤਰੀਕੇ ਦੀ ਲਾਮਬੰਦੀ ਮੰਦਭਾਗੀ ਹੈ ਜੀ। ਤਾਂ ਸਰਕਾਰ ਨੇ ਭਗਵੰਤ ਮਾਨ ਨੇ ਉਹ ਵੀ ਇਨਕੁਆਇਰੀ ਵੀ ਮੰਗ ਲਈ ਹੈ, ਰਿਪੋਰਟ ਮੰਗ ਲਈ ਹੈ, ਜੇ ਕੋਈ ਵਧੀਕੀ ਹੋਈ ਹੈ ਜਾਂ ਕੋਈ ਨੈਗਲੀਜੈਂਸ ਹੋਈ ਹੈ, ਜੇ ਕੋਈ ਡੇਢ-ਬੁਣ ਹੋਈ ਹੈ। ਪਰ ਤੁਹਾਨੂੰ ਲੱਗਦਾ ਵੀ ਜਿਹੜਾ ਡੈਡਲੌਕ ਹੈ 1 ਹਫ਼ਤੇ ਦਾ, ਜਿਹੜਾ ਮਾਸ ਲੀਵ ਹੈ, ਜਾਂ ਕਹਿ ਲਓ IAS ਲੌਬੀ ਵੀ ਮੀਟਿੰਗ ਕਰ ਰਹੀ ਹੈ ਲਗਾਤਾਰ, ਤਾਂ ਤੁਹਾਨੂੰ ਲੱਗਦਾ ਇਹਦਾ ਵਿਚਲਾ ਹੱਲ ਕੀ ਨਿਕਲ ਸਕਦਾ ਹੈਗਾ? ਦੇਖੋ ਜੀ, ਹੱਲ ਤਾਂ ਅਫਸਰਾਂ ਦੇ ਫੇਵਰ ਦੀ ਗੱਲ ਹੋਈ ਜਾਣੀ ਹੈ, ਕਿਉਂਕਿ ਅਫਸਰ ਇੱਧਰ ਵੀ ਅਫਸਰ ਉੱਧਰ ਵੀ। ਉਹ ਕਹਿੰਦੇ ਮੁਨਸਿਫ ਵੀ ਵਹੀ ਹੈ ਔਰ ਮੁਲਜ਼ਿਮ ਵੀ ਵਹੀ, ਠੀਕ ਹੈ ਨਾ। ਕਹਾਣੀ ਤਾਂ ਹੁਣ ਉੱਥੇ ਖੜਦੀ ਹੈਗੀ ਹੈ, ਤਾਂ ਚਲੋ ਇਹਨਾਂ ਨੇ ਤਾਂ ਨਿਬੇੜ ਦੇਣਾ ਕੰਮ। ਸਾਡਾ ਵਿਸ਼ਾ, ਸਾਡਾ ਕੰਸਰਨ ਜਿਹੜਾ ਵੱਡਾ ਇਹ ਹੈਗਾ ਕਿ ਅਫਸਰਾਂ ਦਾ ਇਸ ਤਰੀਕੇ ਦੇ ਨਾਲ ਇਕੱਠਾ ਹੋਣਾ, ਪੰਜਾਬ ਦੇ ਵਿੱਚ ਕੰਮ ਨੂੰ ਠੱਪ ਕਰਕੇ ਮੁੱਖ ਮੰਤਰੀ ਦੇ ਗਲ ਵਿੱਚ ਗੂਠਾ ਦੇ ਕੇ, ਟੂ ਬੀ ਪ੍ਰੀਸਾਈਜ਼ ਇਹਦਾ ਮਤਲਬ ਇਹ ਹੁੰਦਾ ਗਲ 'ਚ ਗੂਠਾ ਦੇ ਦੇਣਾ। ਗੂਠਾ ਦੇ ਕੇ ਜੇ ਤੁਸੀਂ ਇਸ ਤਰੀਕੇ ਦੇ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਗਲਤ ਹੈ। ਹਾਂ, ਜਿਹੜੀ ਇਨਕੁਆਇਰੀ ਹੋਈ ਹੈ ਬਿਲਕੁਲ ਹੋਣੀ ਚਾਹੀਦੀ ਹੈ। ਇਹੋ ਜਿਹੇ ਜਦੋਂ ਕਿਸੇ ਵੀ ਮਾਮਲੇ 'ਚ ਸਵਾਲ ਉੱਠਦੇ ਨੇ, ਇਨਕੁਆਇਰੀ ਹੋਵੇ, ਰਿਪੋਰਟ ਆਵੇ, ਉਸ ਰਿਪੋਰਟ ਦੇ ਵਿੱਚ ਉਸ ਅਫਸਰ ਨੂੰ ਸਹੀ ਕਰਾਰ ਦਿੱਤਾ ਜਾਵੇ ਕਿ ਜਿਹੜਾ ਤੁਹਾਡਾ ਟਰਾਂਸਪੋਰਟ ਦਾ ਅਫਸਰ ਹੈਗਾ ਉਹਦੀ ਗਲਤੀ ਨਾ ਨਿਕਲੇ। ਉਸ ਤੋਂ ਬਾਅਦ ਤੁਸੀਂ ਵਿਜੀਲੈਂਸ ਬਿਊਰੋ ਦੇ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਕਰੋ। ਤੁਸੀਂ ਉਹਨਾਂ ਪ੍ਰੋਸੀਜਰਸ ਦੇ ਉੱਤੇ ਵੀ ਗੱਲਬਾਤ ਕਰੋ ਵੀ ਦੇਖੋ ਇੱਥੇ ਨਜਾਇਜ਼ ਹੋ ਗਈ ਬੰਦੇ ਦੇ ਨਾਲ, ਤੇ ਇਹਨਾਂ ਨੂੰ ਦੇਖ ਕੇ ਇਹ ਤਾਂ ਸ਼ੁਰੂ ਤੋਂ ਹੋ ਰਿਹਾ ਹੋਣਾ ਚਾਹੀਦਾ ਸੀਗਾ। ਕਾਨੂੰਨ ਇੱਕ ਹੈ, ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ PCA ਜਿਹੜਾ ਹੈਗਾ, ਉਹ ਤਾਂ ਇੱਕ ਹੀ ਕਾਨੂੰਨ ਹੈ, ਉਹਦੇ ਤਹਿਤ ਕਾਰਵਾਈ ਦਾ ਪ੍ਰੋਟੋਕਾਲ ਬਣਿਆ ਹੋਇਆ। ਮੈਨੂੰ ਨਹੀਂ ਸਮਝ ਆਉਂਦਾ ਵੀ ਅਫਸਰ ਕਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਦੀ ਗੱਲ ਕਰ ਰਿਹਾ। ਹੁਣ ਉਹਨਾਂ SOPs ਦੀ ਡਿਮਾਂਡ ਕੀਤੀ ਹੈ ਨਾ, ਕਿਹੜਾ SOPs ਚਾਹੀਦੇ ਨੇ? ਉਹ ਤਾਂ ਆਲਰੇਡੀ ਲੇਡ ਡਾਊਨ ਹੈ ਕਾਨੂੰਨ ਦੇ ਵਿੱਚ। ਕੀ ਇਹ ਨਵੀਂ ਲੜਾਈ ਸ਼ੁਰੂ ਹੋਈ ਹੈ? ਅੱਜ ਤੋਂ ਹੀ ਲੜਾਈ ਸ਼ੁਰੂ ਹੋਈ ਹੈ? ਪਿਛਲੇ ਹਫ਼ਤੇ ਤੋਂ ਲੜਾਈ ਸ਼ੁਰੂ ਹੋਈ ਹੈ ਜਦ ਤੋਂ ਇੱਕ ਲੁਧਿਆਣੇ ਦਾ RTF ਫੜਿਆ ਗਿਆ ਹੈ? ਕਿ ਪਹਿਲਾਂ ਤੋਂ ਅਫਸਰਾਂ ਦੇ ਫੜੇ ਜਾਣ ਦਾ ਸਿਲਸਿਲਾ ਪੰਜਾਬ ਦੇ ਵਿੱਚ ਕਦੇ ਨਹੀਂ ਸ਼ੁਰੂ ਹੋਇਆ, ਨਹੀਂ ਰਿਹਾ? ਪੂਰੇ ਦੇਸ਼ ਦੁਨੀਆ ਦੇ ਵਿੱਚ ਕੀ ਵੱਖਰੇ ਕਾਨੂੰਨ ਲਾਗੂ ਹੁੰਦੇ ਨੇ? ਸੋ ਕਾਨੂੰਨ ਤਾਂ ਬੜਾ ਕਲੀਅਰ ਹੈ, ਬਸ ਗੱਲ ਤਾਂ ਹੈ ਵੀ ਤੁਸੀਂ ਗੈਂਗ ਅਪ ਕਰਨਾ ਹੈ, ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨਾ ਹੈ, ਤੇ ਆਪਣੇ ਖਿਲਾਫ ਜਿਹੜੀ ਕਾਰਵਾਈ ਹੈ, ਜਿਹੜੀ ਅਦਾਰਾ ਤੁਹਾਡੇ ਖਿਲਾਫ ਹੁਣ ਕੰਮ ਕਰਨਾ ਸ਼ੁਰੂ ਕਰ ਚੁੱਕਾ ਹੈ, ਉਸ ਨੂੰ ਤੁਸੀਂ ਡਿਸਕਰੇਜ ਕਰਨਾ ਹੈ। ਪੂਰੀ ਦੀ ਪੂਰੀ ਖੇਡ ਕਿਤੇ ਨਾ ਕਿਤੇ ਉੱਥੇ ਟਿਕੀ ਹੋਈ ਹੈ ਵੀ ਜਿੰਨੇ ਹੁਣ ਤੱਕ ਫਸ ਗਏ, ਅੜ ਗਏ, ਗ੍ਰਿਫਤਾਰ ਹੋ ਗਏ, ਉਹ ਤਾਂ ਚਲੋ ਜੋ ਹੋ ਗਿਆ ਉਹਨਾਂ ਦਾ ਹੋ ਗਿਆ, ਲੇਕਿਨ ਅੱਗੇ ਤੋਂ ਹੋਰਾਂ ਦੇ ਖਿਲਾਫ ਕਾਰਵਾਈ ਨਾ ਹੋਵੇ। ਮੈਨੂੰ ਲੱਗਦਾ ਵੱਡੀ ਗੇਮ, ਵੱਡੀ ਲੜਾਈ ਜਿਹੜੀ ਹੈ ਉਹ ਇਸ ਚੀਜ਼ ਦੀ ਹੋ ਰਹੀ ਹੈ। ਤਾਂ ਹੀ ਕਰਕੇ ਪ੍ਰੈਸ਼ਰ ਟੈਕਟਿਕਸ, ਬਲਕਿ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ, ਕਿਉਂਕਿ ਉਹਨਾਂ ਨੇ ਸਰਕਾਰ ਵੀ ਚਲਾਉਣੀ ਹੈ, ਪਰ ਨਾਲ ਦੀ ਨਾਲ ਲੋਕਾਂ ਨੂੰ ਇਹ ਵੀ ਮੈਸੇਜ ਨਹੀਂ ਦੇਣਾ ਚਾਹੁੰਦੇ ਵੀ ਐਂਟੀ ਕਰਪਸ਼ਨ ਦੇ ਖਿਲਾਫ ਉਹਨਾਂ ਦਾ ਜਿਹੜਾ ਸਟੈਂਡ ਆ ਉਹ ਕਮਜ਼ੋਰ ਹੈ, ਉਹ ਵੀਕ ਹੈ। ਨਹੀਂ, ਨਾਟ ਨੈਸੈਸਰੀਲੀ, ਇਹ ਤਾਂ ਡਿਪੈਂਡ ਕਰਦਾ ਹੁਣ ਵਿਜੀਲੈਂਸ ਬਿਊਰੋ ਦੇ ਜਿਹੜੇ ਮੁਖੀ ਨੇ ਵਰਿੰਦਰ ਕੁਮਾਰ, ਉਹ ਕੀ ਸਟੈਂਡ ਲੈਂਦੇ ਨੇ। ਕਿਉਂਕਿ ਇੱਥੇ ਦੇਖੋ ਸਰਕਾਰ ਦੀ ਤਾਂ ਚਲੋ ਸਰਕਾਰ ਨੇ ਤਾਂ ਫੈਸਲਾ ਲੈਣਾ ਹੀ ਹੈ, ਲੇਕਿਨ ਇਹ ਕੋਈ ਪੋਲੀਟੀਕਲ ਮਸਲਾ ਨਹੀਂ ਹੈ। ਜੇ ਉਸ ਅਫਸਰ ਨੇ ਕਰਪਸ਼ਨ ਕੀਤੀ ਹੈ, ਜੇ ਉਸਨੂੰ ਗਲਤ ਨਹੀਂ ਫੜਿਆ ਗਿਆ, ਤਾਂ ਵਿਜੀਲੈਂਸ ਬਿਊਰੋ ਨੂੰ ਫਿਰ ਆਪਣੇ ਸਟੈਂਡ ਤੇ ਅੜਿਗ ਰਹਿਣਾ ਚਾਹੀਦਾ। ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਨੂੰ ਝੁਕਣ ਦੀ ਲੋੜ ਹੈ, ਮੁੱਖ ਮੰਤਰੀ ਨੂੰ ਥੱਲੇ ਲੱਗਣ ਦੀ ਲੋੜ ਹੈ। ਠੀਕ ਹੈ, ਇਹੋ ਜਿਹੀ ਇਸ ਤਰੀਕੇ ਦੀਆਂ ਹੜਤਾਲਾਂ ਹੁੰਦੀਆਂ ਰਹੀਆਂ ਨੇ, ਹੁੰਦੀਆਂ ਰਹਿਣਗੀਆਂ, ਲੇਕਿਨ ਜੇ ਲੋਕਾਂ ਦੇ ਹਿੱਤ ਵਿੱਚ ਜਾਂ ਵੱਡੀ ਲੜਾਈ ਲਈ ਜੇ ਲੜਨੀ ਵੀ ਪੈ ਗਈ ਲੜਾਈ, ਤਾਂ ਫਿਰ ਠੀਕ ਹੈ। ਇਹ ਤਾਂ ਹੁਣ ਇਹ ਵੀ ਸਰਕਾਰ ਦੇ ਉੱਤੇ ਡਿਪੈਂਡ ਕਰਦਾ ਵੀ ਆਪਣੇ ਜਿਹੜੇ ਉਹਨਾਂ ਦੇ ਵਿੱਚ ਕਨਵਿਕਸ਼ਨ ਕਿੰਨੀ ਹੈ, ਵਿਜੀਲੈਂਸ ਬਿਊਰੋ ਆਪਣੇ ਮੁਕੱਦਮੇ ਤੇ ਕਿੰਨਾ ਕੁ ਖੜਾ ਹੈ। ਕਿਤੇ ਉਹਨਾਂ ਨੇ ਜੇ ਗਲਤੀ ਕੋਈ ਕੀਤੀ ਹੋਈ ਹੈ ਜਿਸ ਤੇ ਉਹ ਲੂਜ਼ ਵਿਕਟ ਦੇ ਉੱਤੇ ਹੋਣ, ਤਾਂ ਫਿਰ ਉਹਨਾਂ ਨੂੰ ਪਿੱਛੇ ਹਟਣਾ ਵੀ ਪੈ ਸਕਦਾ ਹੈ। ਜੀ, ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਡੇ ਨਾਲ ਜੁੜਨ ਵਾਸਤੇ, ਸਾਰੇ ਇਸ਼ੂ ਨੂੰ ਐਡਰੈਸ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ।